ਸਤਿ ਸ੍ਰੀ ਅਕਾਲ ਜੀ। ANB ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੁਲਦੀਪ ਸਿੰਘ ਸਵਾਗਤ ਕਰਦਾ ਤੇ ਸ਼ੁਰੂਆਤ ਕਰਦੇ ਅੱਜ ਦੇ ਬੁਲੇਟਿਨ ਦੀ। ਇਹ ਸਨ ਯੂਪੀ ਦੇ ਸਵਾਸਥ ਸਚਿਵ ਜਿਨ੍ਹਾਂ ਨੇ ਉੱਤਰ ਪ੍ਰਦੇਸ਼ ਦਾ ਸਿਹਤ ਦੇ ਅਮਲਾ ਜੋ ਜਿਸ ਤਰੀਕੇ ਨਾਲ ਕੰਮ ਕਰ ਰਿਹਾ ਉਹਨਾਂ ਬਾਰੇ ਦੱਸਿਆ। ਰੁੱਖ ਕਰਦੇ ਹਾਂ ਅਗਲੀ ਖਬਰ ਦਾ। ਜਦੋਂ ਤੋਂ ਦੇਸ਼ ਦੇ ਵਿੱਚ ਮਾਨਸੂਨ ਸੈਸ਼ਨ ਸ਼ੁਰੂ ਹੋਇਆ ਹੈ ਉਸ ਵੇਲੇ ਤੋਂ ਹੀ ਕਿਸਾਨਾਂ ਦੁਆਰਾ ਜੰਤਰ ਮੰਤਰ ਤੇ ਕਿਸਾਨ ਸੰਸਦ ਲਗਾਈ ਜਾ ਰਹੀ ਹੈ। ਕਿਸਾਨਾਂ ਦਾ 200 ਕਿਸਾਨਾਂ ਦਾ ਜੱਥਾ ਹਰ ਰੋਜ਼ ਜੰਤਰ ਮੰਤਰ ਤੇ ਜਾਂਦਾ ਹੈ ਜਿੱਥੇ ਕਿ ਉਹ ਸੰਸਦ ਲਗਾਉਂਦੇ ਨੇ ਅਤੇ ਇਸ ਦੇ ਨਾਲ ਹੀ ਕਿਸਾਨਾਂ ਦੁਆਰਾ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਉਹ ਅਨਪੜ੍ਹ ਹੀ ਨਹੀਂ ਹੈ ਸਗੋਂ ਸੰਸਦ ਚਲਾਉਣਾ ਵੀ ਜਾਣਦੇ ਨੇ। ਇਸ ਦੇ ਨਾਲ ਹੀ ਕਿਸਾਨਾਂ ਦੁਆਰਾ ਜੋ ਵਿਰੋਧੀ ਧਿਰ ਦੇ ਸਾਰੀਆਂ ਨੇਤਾਵਾਂ ਨੂੰ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਮੰਗ ਪੱਤਰ ਦਿੱਤੇ ਸੀ ਕਿ ਤੁਸੀਂ ਸੰਸਦ ਦੇ ਵਿੱਚ ਆਪਣੀ ਸਾਡੀ ਮੰਗ ਪਹੁੰਚਾਓ, ਉਹ ਮੰਗ ਵੀ ਹੁਣ ਕਿਤੇ ਨਾ ਕਿਤੇ ਕਿਸਾਨਾਂ ਦੀ ਲੱਗਦਾ ਗਾ ਉੱਥੇ ਪਹੁੰਚਦੀ ਜਾ ਰਹੀ ਹੈ। ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਜਾਂ ਹੋਰ ਵਿਰੋਧੀ ਪਾਰਟੀਆਂ ਦੀ ਗੱਲ ਕੀਤੀ ਜਾਵੇ, ਲਗਾਤਾਰ ਉਹ ਕਿਸਾਨਾਂ ਦੀ ਗੱਲ ਹੀ ਸੰਸਦ ਦੇ ਵਿੱਚ ਰੱਖ ਰਹੇ ਨੇ। ਕਿਸਾਨੀ ਮੁੱਦੇ ਤੇ ਬਥੇਰੀ ਚਰਚਾ ਦੇ ਨਾਲ ਸਾਡੇ ਨਾਲ ਕਿਸਾਨ ਨੇਤਾ ਗੁਰਜੀਤ ਸਿੰਘ ਬਾਠ ਜੁੜ ਚੁੱਕੇ ਨੇ। ਬਾਠ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ANB ਨਿਊਜ਼ ਤੇ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਬਾਠ ਸਾਹਿਬ ਜੀ, ਜਿਸ ਤਰੀਕੇ ਨਾਲ ਕਿਸਾਨਾਂ ਦਾ ਜੱਥਾ ਮਾਨਸੂਨ ਸੈਸ਼ਨ ਜਦੋਂ ਤੋਂ ਸ਼ੁਰੂ ਹੋਇਆ ਲਗਾਤਾਰ ਜੰਤਰ ਮੰਤਰ ਤੇ ਜਾ ਕੇ ਆਪਣੀ ਕਿਸਾਨ ਸੰਸਦ ਲਗਾ ਰਿਹਾ, ਕੀ ਲੱਗਦਾ ਕਿ ਕਿਸਾਨ ਜੋ ਆਪਣਾ ਮੈਸੇਜ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਸੀ ਉਹ ਪਹੁੰਚ ਰਿਹਾ? ਬਿਲਕੁਲ ਪਹੁੰਚ ਰਿਹਾ ਹੈ। ਆ ਰਿਹਾ ਉੱਥੇ ਜੰਤਰ ਮੰਤਰ ਤੇ ਇਹਦਾ ਬਹੁਤ ਵਧੀਆ ਮੈਸੇਜ ਜਿਹੜਾ ਹੈਗਾ ਉਹ ਪਾਰਲੀਮੈਂਟ ਤੱਕ ਪਹੁੰਚ ਰਿਹਾ, ਕਿਉਂਕਿ ਸਰਕਾਰ ਦੇ ਪੈਰਲਲ ਜਿਹੜੀ ਹੈ ਪਾਰਲੀਮੈਂਟ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਕਿਸਾਨ ਚਲਾ ਰਹੇ ਆ, ਕਿਸਾਨ ਆਗੂਆਂ ਦੀ ਅਗਵਾਈ ਹੇਠ। ਜੀ, ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਤੁਹਾਡਾ ਮੈਸੇਜ ਜਾ ਰਿਹਾ, ਜੇਕਰ ਵਿਰੋਧੀ ਧਿਰਾਂ ਦੀ ਗੱਲ ਕੀਤੀ ਜਾਵੇ, ਕਿਉਂਕਿ ਕਿਸਾਨਾਂ ਨੇ ਸੈਸ਼ਨ ਤੋਂ ਪਹਿਲਾਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸਾਰੇ ਆਪਣੇ ਇਲਾਕੇ ਦੇ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਸੀ ਕਿ ਸਾਡੀ ਜਿਹੜੀ ਆਵਾਜ਼ ਆ ਉਹ ਸੰਸਦ ਦੇ ਵਿੱਚ ਪਹੁੰਚਾਈ ਜਾਵੇ। ਜਿਸ ਤਰੀਕੇ ਨਾਲ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਦਾ ਵਿਰੋਧ ਕਰ ਰਹੀਆਂ ਨੇ, ਕੀ ਲੱਗਦਾ ਵੀ ਕਿਸਾਨਾਂ ਦੀ ਮੰਗ ਜਿਹੜੀ ਜੋ ਮੰਗ ਆ ਗਈ ਜਾਂ ਉਹਨਾਂ ਦੀ ਆਵਾਜ਼ ਆ ਸੰਸਦ ਦੇ ਵਿੱਚ ਸਹੀ ਤਰੀਕੇ ਨਾਲ ਪਹੁੰਚ ਰਹੀ ਆ? ਬਿਲਕੁਲ ਪਹੁੰਚ ਰਹੀ ਹੈ ਜੀ। ਬੀਜੇਪੀ ਦੇ ਜਿਹੜੇ MP ਸਾਹਿਬਾਨ ਨੇ ਉਹਨਾਂ ਨੂੰ ਛੱਡ ਕੇ ਬਾਕੀ ਪਾਰਟੀਆਂ ਦੇ ਸਾਰੇ MP ਸਾਹਿਬਾਨ ਨੂੰ ਮੰਗ ਪੱਤਰ ਕਿਸਾਨਾਂ ਵੱਲੋਂ ਦਿੱਤੇ ਗਏ ਸੀਗੇ ਕਿ ਕਿਸਾਨਾਂ ਦੀ ਸੰਸਦ ਦੇ ਵਿੱਚ ਆਵਾਜ਼ ਜਿਹੜੀ ਹੈ ਜ਼ੋਰਦਾਰ ਤਰੀਕੇ ਨਾਲ ਉਠਾਈ ਜਾਵੇ ਤੇ ਸਰਕਾਰ ਤੇ ਕਾਲੇ ਜਿਹੜੇ ਕਾਨੂੰਨ ਨੇ ਤਿੰਨ ਇਹ ਵਾਪਸ ਲੈਣ ਲਈ ਪ੍ਰੈਸ਼ਰ ਜਿਹੜਾ ਉਹ ਬਿਲਡ ਕੀਤਾ ਜਾਵੇ। ਸੋ ਕਿਸਾਨਾਂ ਦੀ ਜਿਹੜੀ ਆਵਾਜ਼ ਹੈ MP ਸਾਹਿਬਾਨ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਜਿਹੜੀ ਆ ਉਹ ਪਹੁੰਚਾ ਰਹੇ ਆ। ਗੱਲ ਕੀਤੀ ਜਾਵੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਸ ਤਰੀਕੇ ਨਾਲ ਉੱਥੇ ਤੁਹਾਡੀ ਆਵਾਜ਼ ਚੱਕ ਰਹੀਆਂ ਨੇ, ਉਹਨਾਂ ਦੇ ਕੰਮਕਾਰ ਤੋਂ ਸੰਤੁਸ਼ਟ ਹੋ? ਕੀ ਲੱਗਦਾ ਵੀ ਜਿਸ ਤਰੀਕੇ ਦੀ ਉਹਨਾਂ ਤੋਂ ਉਮੀਦ ਜਾਂ ਆਸ ਲਗਾਈ ਸੀ, ਉਮੀਦਾਂ ਤੇ ਖਰਾ ਉਤਰ ਰਹੀਆਂ ਨੇ ਵਿਰੋਧੀ ਪਾਰਟੀਆਂ? ਫਿਲਹਾਲ ਤਾਂ ਠੀਕ ਹੈ ਜੀ, ਵਧੀਆ ਆਪਣਾ ਰੋਲ ਅਦਾ ਕਰ ਰਹੀਆਂ ਨੇ, ਉਹ ਉਹਦੇ ਕੋਲੋਂ ਸੰਤੁਸ਼ਟ ਹੈ ਕਿਸਾਨੀ। ਜਿਸ ਤਰੀਕੇ ਨਾਲ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੁਆਰਾ ਆਪਣੇ ਹੀ ਕਿਸਾਨ ਨੇਤਾਵਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ, ਗੱਲ ਕੀਤੀ ਜਾਵੇ ਗੁਰਨਾਮ ਸਿੰਘ ਚੜੂਨੀ ਵੀ ਪਹਿਲਾਂ ਇੱਕ ਹਫ਼ਤੇ ਲਈ ਸਸਪੈਂਡ ਰਹੇ ਨੇ, ਉਸ ਤੋਂ ਬਾਅਦ ਰੁਲਦੂ ਸਿੰਘ ਮਾਨਸਾ ਨੂੰ ਵੀ ਸਸਪੈਂਡ ਕੀਤਾ। ਕੀ ਲੱਗਦਾ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੁਣ ਉਹਨਾਂ ਦੇ ਨੇਤਾਵਾਂ ਦੇ ਵਿੱਚ ਵੀ ਆਪਸੀ ਵਿਚਾਰਕ ਮਤਭੇਦ ਹੋਣੇ ਸ਼ੁਰੂ ਹੋ ਗਏ ਨੇ? ਇਹ ਤਾਂ ਜੀ ਹਰ ਇੱਕ ਜੋ ਲਹਿਰ ਹੁੰਦੀ ਹੈ ਨਾ ਉਹਦੀ ਕੋਈ ਮਰਿਆਦਾ ਹੁੰਦੀ ਹੈ। ਜਦੋਂ ਕੋਈ ਨੇਤਾ ਮਰਿਆਦਾ ਤੋਂ ਬਾਹਰ ਜਾ ਕੇ ਗੱਲ ਕਰਦਾ ਨਾ, ਸੋ ਉਹਦੇ ਖਿਲਾਫ ਫਿਰ ਮਾੜੀ ਮੋਟੀ ਜੋ ਵੀ ਨਿਯਮ ਹੈਗੇ ਕਿਸੇ ਲਹਿਰ ਦੇ ਮੂਵਮੈਂਟ ਦੇ ਉਹਦੇ ਮੁਤਾਬਕ ਬਣਦੀ ਜਿਹੜੀ ਜੋ ਸਜ਼ਾ ਹੈਗੀ ਆ ਉਹ ਦਿੱਤੀ ਜਾਂਦੀ ਹੈ। ਇਹ ਫੈਸਲਾ ਬਿਲਕੁਲ ਦਰੁਸਤ ਹੈ ਕਿਸਾਨ ਜਥੇਬੰਦੀਆਂ ਦਾ। ਜੀ ਜੀ, ਇਸ ਤਰ੍ਹਾਂ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ। ਸਮਾਜਵਾਦੀ ਪਾਰਟੀ ਦੇ ਨੇਤਾ ਸੁਨੀਲ ਜਾਦਵ ਨੇ ਬੋਲਦੇ ਹੋਏ ਕਿਹਾ ਕਿ ਦੇਸ਼ ਦੇ ਵਿੱਚ ਮਹਿੰਗਾਈ ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਨੂੰ ਆਪਣੇ ਤੇ ਭਰੋਸਾ ਨਹੀਂ ਹੈ, ਇਸ ਲਈ ਸਰਕਾਰ ਵਿਰੋਧੀਆਂ ਦੇ ਨਾਲ ਨਾਲ ਆਪਣੇ ਵੀ ਮੰਤਰੀਆਂ ਦੀ ਜਾਸੂਸੀ ਕਰਵਾ ਰਹੀ ਹੈ। ਉੱਤਰ ਪ੍ਰਦੇਸ਼ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਕਿ ਯੂਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੁਆਰਾ ਕੀਤੇ ਗਏ ਕੰਮਾਂ ਕਾਰਾਂ ਦਾ ਹੀ ਉਦਘਾਟਨ ਕਰ ਰਹੇ ਨੇ। देखिए, जासूसी वाले मामले में जांच भी होनी चाहिए और देश के सामने सच भी आना चाहिए। आखिर क्या कारण है जनता द्वारा चुनी हुई सरकार विपक्ष के नेताओं की जासूसी कराते हो? आप सम्मानित पत्रकारों की जासूसी कराते हो, उद्योगपतियों की जासूसी करा रहे हो, कुछ अपने भी बड़े नेताओं की जासूसी करा रहे हैं। तो आखिर सरकार को जासूसी कराने की जरूरत क्यों पड़ी? सरकार किस बात से डर रही है? क्योंकि झूठ के आधार पर, जुमलों के आधार पर आपकी सरकार खड़ी है
इसलिए आपको जासूसी कराने की जरूरत पड़ रही है। देखिए, पीवी सिंधु ने पूरे देश का नाम दुनिया के सामने एक बार फिर रोशन किया है। हम सब लोग उनको बधाई देते हैं, शुभकामनाएं देते हैं और खुशी होती है जब देश का खिलाड़ी दुनिया के सामने तिरंगा लहराता है, तो मुझे लगता है पूरे देश को गौरव महसूस होता है। देखिए, एक बात पूरे देश में तय हो गई है कि 2024 में भारतीय जनता पार्टी का सफाया होने जा रहा है। उसकी शुरुआत बंगाल से हो गई है। 22 में उत्तर प्रदेश से समाजवादी पार्टी के लोग भाजपा को खत्म कर देंगे और 24 आते पूरे देश में भाजपा के खिलाफ गुस्सा है, किसानों में, रोजगार, जवानों में। ये उसी सिलसिले में ये बातें निकल के आना शुरू हो गई हैं। तो नीतीश कुमार जी भी बहुत दिनों तक शायद बीजेपी में रुक पाए। मुझे लगता है कि हर बार वो बीजेपी का स्वाद लेते हैं। सत्ता के लिए अपने सिद्धांतों से समझौता करने वाले नीतीश कुमार जी पूरे देश में पहले ऐसे नेता हैं जो हर बार सत्ता के लिए समझौता कर लेते हैं। देखिए, सच ये है कि जो लोग अभी भी नेहरू जी को दोषी बताते हैं, वो नहीं चाहते हैं कि उन पर बहस हो। असली दोषी तो वही हैं। 2014 से पहले देश की अर्थव्यवस्था कहाँ थी, 2014 के बाद की अर्थव्यवस्था कहाँ है। तो इसी चीज से आपको अनुमान लग जाएगा कि जो देश चला रहा है वो देश को तरक्की की तरफ ले जा रहा है या देश को बर्बादी की तरफ ले जा रहा है। अब तो मुझे लगता है महंगाई देख करके, डीजल पेट्रोल गैस के दाम देख करके, किसानों का धरना देख करके, बेरोजगार नौजवानों को लाठी खाते देख करके और बीजेपी के चहेते उद्योगपतियों को देश का पैसा लेकर के विदेश भागते देख करके लोग जान गए हैं कि देश का असली दुश्मन कौन है। आज उत्तर प्रदेश में है, मिर्जापुर में थे और बड़ी विकास की बात कर रहे थे, लेकिन वो भूल गए कि जिस चीज का वो लोकार्पण कर रहे थे वो योगी जी का काम नहीं था, माननीय अखिलेश यादव जी का काम था। और गृह मंत्री जी के पास तो सारी रिपोर्ट होती है। आप पता कर लीजिए कि योगी जी का भी 4.5 साल का समय केवल माननीय अखिलेश यादव जी के कामों के साथ। ਟੋਕੀਓ ਓਲੰਪਿਕ ਦੇ ਵਿੱਚ ਭਾਰਤੀ ਮਹਿਲਾਵਾਂ ਹਾਕੀ ਟੀਮ ਦੇ ਸੈਮੀਫਾਈਨਲ ਦੇ ਵਿੱਚ ਜਾਣ ਦੇ ਨਾਲ ਹਾਕੀ ਖਿਡਾਰਨ ਗੁਰਜੀਤ ਕੌਰ ਦੇ ਘਰ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਗੁਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਸਥਾਨਕ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਤੇ ਮਾਣ ਹੈ ਜਿਨ੍ਹਾਂ ਨੇ ਉਹਨਾਂ ਦੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਦੇ ਨਾਲ ਹੀ ਗੁਰਜੀਤ ਕੌਰ ਦੇ ਘਰ ਦੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਸਾਡੇ ਜੀ ਭਤੀਜੀ ਗੁਰਜੀਤ ਕੌਰ ਆ ਜੀ, ਉਹ ਇੰਡੀਆ ਟੀਮ ਦੇ ਵਿੱਚ ਹੈ ਜੀ। ਉਹ ਹੁਣ ਇੰਡੀਆ ਟੀਮ ਜਿਹੜੀ ਆ ਆਸਟ੍ਰੇਲੀਆ ਤੋਂ ਜਿੱਤੀ ਆ ਜੀ। ਅਸੀਂ ਬਹੁਤ ਬਹੁਤ ਧੰਨ ਗੁਰੂ ਰਾਮਦਾਸ ਜੀ ਦਾ ਸ਼ੁਕਰ ਕਰਦੇ ਆ ਜੀ, ਜਿਹੜੀ ਇੰਡੀਆ ਟੀਮ ਜਿੱਤੀ ਆ ਜੀ। ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰ ਕਰਦੇ ਹਾਂ। ਅੱਜ ਕਿਸ ਤਰ੍ਹਾਂ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ, ਖੁਸ਼ੀ ਮਨਾ ਰਹੇ ਜੀ? ਲੱਡੂ ਕਿਸ ਤਰ੍ਹਾਂ ਮਨਾ ਰਹੇ ਖੁਸ਼ੀ? ਸਾਨੂੰ ਜੀ ਬਹੁਤ ਖੁਸ਼ੀ ਆ ਜੀ, ਸਾਡੇ ਇਲਾਕੇ ਵਾਕਾਂ ਨੇ ਬਹੁਤ ਖੁਸ਼ੀ ਆ ਜੀ। ਸਾਡਾ ਹੁਣ ਨਗਰ ਆਇਆ ਜੀ, ਵੀਰ ਕਬੱਡੀ ਪਲੇਅਰ ਵੀ ਆਏ ਨੇ, ਨੰਬਰਦਾਰ ਸਾਹਿਬ ਵੀ ਆਏ ਨੇ ਜੀ। ਬਹੁਤ ਦੂਰੋਂ ਨੇੜੇ ਸੱਜਣ ਆਏ ਨੇ ਵਧਾਈਆਂ ਦੇਣ। ਅਸੀਂ ਬਹੁਤ ਬਹੁਤ ਉਹਨਾਂ ਦੇ ਧੰਨਵਾਦੀ ਹਾਂ ਜੀ। ਬੜਾ ਸੋਹਣਾ ਮਾਹੌਲ ਲੱਗਦਾ ਆ, ਇੰਨਾ ਖੁਸ਼ੀ ਬੜੀ ਹੋਈ ਆ। ਸਾਡੀ ਲੜਕੀ ਇੱਥੋਂ ਤੱਕ ਪੜ੍ਹੀ ਆ, ਅਸੀਂ ਮਹਾਂ ਪੜ੍ਹਾਈਆਂ ਸੀ ਆਪਣੀਆਂ ਧੀਆਂ। ਅੱਜ ਕਿਸ ਤਰ੍ਹਾਂ ਖੁਸ਼ੀ ਮਨਾ ਰਹੇ ਜੀ? ਅੱਜ ਤਾਂ ਫਿਰ ਜ਼ਿਆਦਾ ਹੈ ਨਾ, ਸਾਰੇ ਭੈਣ ਭਰਾਵਾਂ ਦੇ ਨਾਲ ਇਕੱਠੇ ਹੀ ਹੋ ਗਏ ਸਾਰੇ, ਆਪੇ ਖੁਸ਼ੀ ਹੋ ਗਈ। ਕਿੰਨਾ ਮਾਣ ਨਹੀਂ ਸੋਚਿਆ ਜੀ ਸਾਡੀ ਕੁੜੀ ਇੱਥੋਂ ਤੱਕ ਪਹੁੰਚੀ? ਸੋਚਿਆ ਤਾਂ ਨਹੀਂ, ਪਰ ਇੰਨਾ ਸੀ ਵੀ ਪੜ੍ਹਨ ਗਈਆਂ ਤੇ ਕਰਨ ਗਈਆਂ ਕੁਛ, ਇੰਨਾ ਹੈ ਸੀ। ਅੱਜ ਕੱਲ੍ਹ ਜਿਹੜੀ ਧੀਆਂ ਨੂੰ ਤੋਮਤ ਲਾਈ ਜਾਂਦੀ, ਧੀਆਂ ਕੁਛ ਕਹਿੰਦੀ, ਕਿਹੋ ਜਿਹਾ ਮਾਣ ਮਹਿਸੂਸ ਹੁੰਦਾ ਜੀ? ਸਾਨੂੰ ਤਾਂ ਬੜਾ, ਸਾਡਾ ਧੀਆਂ ਨੇ ਨਾ ਪੱਗ ਨੂੰ ਦਾਗ ਨਹੀਂ ਲਾਇਆ ਤੇ ਬੜਾ ਮਾਣ ਰੱਖਿਆ ਸਾਡੀਆਂ ਧੀਆਂ ਨੇ, ਹੁਣ ਵੀ ਰੱਖਦੀਆਂ। बहुत ज़्यादा खुशी हो रही है सबको और मान की बात और खुशी की बात भी है कि पंजाब की इकलौती है गुरजीत दीदी और वो उन्होंने प्लेंटी कॉर्नर में इंडिया को सेमीफाइनल में पहुंचाया, इंडिया वुमेन्स टीम को। घर में कैसा मुल्क, कैसे खुशी मनाते हैं? सब लोग मज़ा कर रहे हैं, बहुत ज़्यादा खुशी मना रहे हैं और लड्डू खा के ਲੱਡੂ ਵੰਡ ਰਹੇ ਆ। ਮਾਣ ਆ ਗੁਰਜੀਤ ਕੌਰ ਸਾਡੀ ਧੀ ਜਿਹੜੀ ਆ, ਇਹਨੇ ਸਾਡੇ ਇਲਾਕੇ ਦਾ ਮਾਣ ਵਧਾਇਆ, ਕਿਉਂਕਿ ਅਜਨਾਲੇ ਏਰੀਏ ਦੇ ਵਿੱਚ ਇਹ ਪਹਿਲੀ ਓਲੰਪੀਅਨ ਆ ਪੈਦਾ ਹੋਈ ਆ ਜਿਹਨੇ ਓਲੰਪਿਕ ਦੇ ਵਿੱਚ ਆਪਣੀ ਕਾਰਗੁਜ਼ਾਰੀ ਦੇ ਸਦਕਾ ਸਾਡੇ ਦੇਸ਼ ਦਾ ਮਾਣ ਵਧਾਇਆ ਤੇ ਆਪਣੀ ਪੂਰੀ ਟੀਮ ਨੂੰ ਸੈਮੀਫਾਈਨਲ ਦੇ ਵਿੱਚ ਪਹੁੰਚਾਤਾ। ਬਸ ਹੁਣ ਅਸੀਂ ਆਸ ਰੱਖਦੇ ਹਾਂ ਕਿ ਸਾਡੀ ਧੀ ਜਿਹੜੀ ਆ ਇਹ ਪੂਰੇ ਦੇਸ਼ ਨੂੰ
ਗੋਲਡ ਮੈਡਲ ਦਵਾਏਗੀ। ਸਾਰੀ ਟੀਮ ਦੀ ਮਿਹਨਤ ਆ ਜਿਹਦੇ ਵਿੱਚ ਟੀਮ ਵਰਕ ਹੁੰਦਾ ਵਾ। ਪਰ ਗੁਰਜੀਤ ਇੱਕ ਪਲੰਟੀ ਕਾਰਨਰ ਦੀ ਮਾਹਰ ਆ। ਉਹਨੇ ਆਪਣਾ ਜਿਹੜਾ ਇਹ ਉਹਦੇ 'ਚ ਟੈਲੈਂਟ ਸੀ ਉਹਨੇ ਅੱਜ ਫਿਰ ਵਿਖਾਵਾ ਕੀਤਾ ਤੇ ਇੱਕੋ ਹੀ ਗੋਲ ਜਿਹੜਾ ਗੁਰਜੀਤ ਕੌਰ ਨੇ ਕੀਤਾ ਵਾ, ਜਿਹਦੇ ਨਾਲ ਇੰਡੀਆ ਦੀ ਟੀਮ ਜਿਹੜੀ ਆ ਸੈਮੀਫਾਈਨਲ 'ਚ ਪਹੁੰਚ ਗਈ ਹੈ। ਸਾਨੂੰ ਬੜਾ ਮਾਣ ਹੈ ਜੀ। ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਘਰ ਦੇ ਵਿੱਚ? ਘਰ ਦੇ ਵਿੱਚ ਬਹੁਤ ਖੁਸ਼ੀਆਂ ਜੀ। ਇੰਨੇ ਪਛੜੇ ਇਲਾਕੇ ਦੇ ਵਿੱਚੋਂ ਜਿੱਥੇ ਬੱਸ ਵੀ ਨਹੀਂ ਆਉਂਦੀ ਜਾਂਦੀ ਤੇ ਇਸ ਪਰਿਵਾਰ ਨੇ ਆਪਣੇ ਮੋਟਰਸਾਈਕਲ ਤੇ ਮੀਂਹ 'ਚ ਹਨੇਰੀ 'ਚ ਧੀ ਨੂੰ ਅੰਮ੍ਰਿਤਸਰ ਤੱਕ ਪਹੁੰਚਾਉਂਦੇ ਰਹੇ ਆ, ਖੇਡਣ ਵਾਸਤੇ ਭੇਜਦੇ ਰਹੇ ਆ, ਉਹਦੀ ਪ੍ਰੈਕਟਿਸ ਕਰਵਾਉਂਦੇ ਰਹੇ ਆ ਤੇ ਇਹਨਾਂ ਦਾ ਬੜੀ ਹੁਣ ਉਹ ਜਿਹੜੀ ਮਿਹਨਤ ਕੀਤੀ ਆ ਨਾ ਉਹਦਾ ਫਲ ਇਹਨਾਂ ਨੂੰ ਅੱਜ ਜਦੋਂ ਮਿਲ ਰਿਹਾ ਤੇ ਬੜੇ ਖੁਸ਼ ਨੇ। ਪਰਿਵਾਰ ਦੇ ਵਿੱਚ ਲੱਡੂ ਵੰਡੇ ਜਾ ਰਹੇ ਆ, ਸਾਰਾ ਪਿੰਡ ਇਕੱਠਾ ਹੋਇਆ, ਇਲਾਕੇ ਦੇ ਸਾਰੇ ਜਿਹੜੇ ਮੋਹਤਬਰ ਬੰਦੇ ਉਹਨਾਂ ਨੂੰ ਵਧਾਈਆਂ ਦੇ ਰਹੇ ਆ। ਮੁੱਖ ਮੰਤਰੀ ਸਾਹਿਬ ਤੇ ਜਿਹੜੇ ਆ ਸਾਬਕਾ ਹਾਕੀ ਕਪਤਾਨ ਅਤੇ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਧ ਨੇ ਮਹਿਲਾ ਹਾਕੀ ਟੀਮ ਨੂੰ ਟੋਕੀਓ 올림픽 ਦੇ ਸੈਮੀਫਾਈਨਲ ਵਿੱਚ ਪਹੁੰਚਣ ਤੇ ਵਧਾਈ ਦਿੱਤੀ ਅਤੇ ਇਸ ਤੇ ਖੁਸ਼ੀ ਜ਼ਾਹਰ ਕੀਤੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮਹਿਲਾਵਾਂ ਨੇ ਬਹੁਤ ਮਿਹਨਤ ਕੀਤੀ ਹੈ, ਜਿਸ ਦਾ ਨਤੀਜਾ ਅੱਜ ਪੂਰੇ ਦੇਸ਼ ਦੇ ਸਾਹਮਣੇ ਹੈ। बधाई दूंगा महिला टीम को, पुरुष टीम को, जो भी ओलंपिक्स में सेमीफाइनल में पहुंची है और बहुत लंबे समय के बाद पुरुष टीम पहुंची है। महिला टीम पहली बार पहुंची है। दोनों को बधाई और कामना करता हूं पूरे भारतीय जो हैं सपोर्ट करेंगे दुआओं के रूप में, क्योंकि हम वहां पहुंच नहीं सकते, कोविड का टाइम है। फिर भी मैं दुआ करता हूं कि हमारी भारतीय महिला टीम और पुरुष टीम आगे पहुंचे। देखिए मिनिमाइज की है मिस्टेक्स पुरुषों ने भी और महिलाओं ने भी, और जिसका रिजल्ट आपके सामने है। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੰਮੀ ਢਾਬ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ, ਜਿਸ ਦੇ ਵਿੱਚ ਇੱਕ ਮਜ਼ਦੂਰ ਨੂੰ ਟਰੈਕਟਰ ਦੇ ਨਾਲ ਅਰਧ-ਨੰਗਾ ਕਰਕੇ ਬੰਨ੍ਹ ਕੇ ਕੁੱਟਿਆ ਜਾ ਰਿਹਾ ਸੀ। ਹਾਲਾਂਕਿ ਇਸ ਮਾਮਲੇ ਦਾ ਪੂਰਾ ਪਤਾ ਨਹੀਂ ਲੱਗਿਆ ਕਿ ਅਸਲ ਦੇ ਵਿੱਚ ਗੱਲ ਕੀ ਹੈ, ਪਰ ਇਸ ਬਾਰੇ ਪੀੜਤ ਮਜ਼ਦੂਰ ਨਿੱਕਾ ਸਿੰਘ ਨੇ ਦੱਸਿਆ ਕਿ ਮੈਂ ਇੱਕ ਇੱਟਾਂ ਦੇ ਭੱਠੇ ਤੇ ਕੰਮ ਕਰਦਾ ਹਾਂ ਤੇ ਪੂਰਾ ਸੀਜ਼ਨ ਕੰਮ ਕੀਤਾ। ਜਦੋਂ ਉਹ ਪੈਸੇ ਮੰਗਦਾ ਸੀ ਉਸ ਨੂੰ ਕੁਝ ਪੈਸੇ ਦੇ ਦਿੱਤੇ ਸੀ, ਪਰ ਇੱਕ ਦਿਨ ਉਸਨੇ ਆਪਣੇ ਪੂਰੇ ਪੈਸੇ ਮੰਗੇ ਤਾਂ ਭੱਠੇ ਤੇ ਕੰਮ ਕਰਨ ਵਾਲੇ ਮੁਨੀਮ ਅਤੇ ਹੋਰ ਵਿਅਕਤੀਆਂ ਨੇ ਮਿਲ ਕੇ ਇਸ ਨੂੰ ਟਰੈਕਟਰ ਨਾਲ ਬੰਨ੍ਹ ਕੇ ਅੱਧ-ਨੰਗਾ ਕਰਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਬਾਈ ਜੀ ਮੈਂ ਨਾ ਵਧਾਈ ਪਿੰਡ ਦੇ ਵਿੱਚ ਕੰਮ ਕਰਦਾ ਸੀ ਤੇ ਉੱਥੇ ਲਗਾਤਾਰ ਪੂਰਾ ਸੀਜ਼ਨ ਹੀ ਮੈਂ ਕੱਚੀ ਭਰਾਈ ਦਾ ਕੰਮ ਕੀਤਾ। ਮੈਂ ਜਦ ਵੀ ਪੈਸੇ ਬਾਬੂਆਂ ਤੋਂ ਮੰਗੇ ਤੇ ਕੁਝ ਪੈਸੇ ਵਿੱਚੋਂ ਮੈਨੂੰ ਦਿੰਦੇ ਰਹੇ, ਉਸ ਤੋਂ ਬਾਅਦ ਉਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਤੇ ਜਦੋਂ ਮੈਂ ਬੋਲਿਆ ਤਾਂ ਇਹਨਾਂ ਦੀ ਦਾਰੂ ਪੀਤੀ ਸੀ, ਕੁਝ ਦਿਨ ਪਹਿਲਾਂ ਦੀ ਗੱਲ ਆ ਇਹ, ਤੇ ਬਾਅਦ ਦੇ ਵਿੱਚ ਮੇਰੀ ਕੁੱਟਮਾਰ ਕੀਤੀ ਇਹਨਾਂ ਨੇ। ਜੇ ਮੈਂ ਤਾਂ ਚੁੱਪ ਕਰ ਗਿਆ। ਇਹਨਾਂ ਨੇ ਇੰਸਟਾਗ੍ਰਾਮ ਤੇ ਮੇਰੀਆਂ ਵੀਡੀਓ ਵਾਇਰਲ ਕਰਤੀਆਂ ਜੀ, ਉਹ ਤੋਂ ਮਤਲਬ ਹੁਣ ਮੇਰੇ ਤੋਂ ਚੁੱਪ ਨਹੀਂ ਰਿਹਾ। ਜਿਨ੍ਹਾਂ ਲੋਕਾਂ ਨੇ ਕੁੱਟਮਾਰ ਕੀਤੀ ਸੀ ਕੌਣ ਕੌਣ ਸਨ? ਇਹ ਸੋਨੂ ਸੀਗਾ, ਵਕੀਲ ਸੀਗਾ ਜੀ, ਉਹਨਾਂ ਦੇ ਮੁਨੀਮ 4-5 ਮੁਨੀਮ ਸੀਗੇ, ਕੁਝ ਹੋਰ ਨਾਲ ਮਜ਼ਦੂਰ ਵੀ ਲੱਗ ਗਏ ਸੀਗੇ ਜੀ। ਮਾਲਕ ਨੂੰ ਪਤਾ ਸੀ ਇਸ ਘਟਨਾ ਦਾ? ਹਾਂਜੀ ਮਾਲਕ ਨੂੰ ਪਤਾ ਸੀਗਾ। ਜਿਸ ਟਾਈਮ ਮੈਂ ਪੈਸਿਆਂ ਦੀ ਮੰਗ ਕੀਤੀ ਉਸ ਟਾਈਮ ਮਾਲਕ ਕੋਲੇ ਸੀ। ਉਸ ਤੋਂ ਬਾਅਦ ਮਾਲਕ ਗੱਡੀ ਤੇ ਉਦੋਂ ਹੀ ਬੈਠ ਕੇ ਜਦੋਂ ਰੌਲਾ ਵਧਣ ਲੱਗਿਆ ਮਾਲਕ ਚਲਾ ਗਿਆ ਜੀ। ਉਸ ਤੋਂ ਬਾਅਦ ਉਹਨਾਂ ਨੇ ਫੋਨ ਤੇ ਕੋਈ ਗੱਲ ਕੀਤੀ ਆ, ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਬੰਨਿਆ ਜੀ। ਪੋਜੀਸ਼ਨ ਹੁਣ ਇਹ ਆ ਵੀ ਮਜ਼ਦੂਰ ਦੀ ਆਤਮ ਹੱਤਿਆ ਵਾਲੀ ਪੋਜੀਸ਼ਨ ਬਣੀ ਹੋਈ ਆ। ਸੋ ਅਸੀਂ ਮੰਗ ਕਰਦੇ ਹਾਂ ਇਨਸਾਫ ਮਿਲਣਾ ਚਾਹੀਦਾ। ਜੇ ਇਨਸਾਫ ਨਹੀਂ ਮਿਲੂਗਾ ਤਾਂ ਲੜਾਂਗੇ। ਪੁਲਿਸ ਨੂੰ ਕੋਈ ਲਿਖਤੀ ਜਾਂ ਕੋਈ ਫੌਰੀ ਸ਼ਿਕਾਇਤ? ਅਜੇ ਤੱਕ ਪੁਲਿਸ ਨੂੰ ਸੋਮਵਾਰ ਤੱਕ ਅਸੀਂ ਦਰਖਾਸਤ ਐਸਐਸਪੀ ਸਾਹਿਬ ਨੂੰ ਬਣਾਇਆ। ਜਥੇਬੰਦੀ ਨੇ ਰਾਤ ਮੀਟਿੰਗ ਕੀਤੀ, ਇਕੱਠ ਕੀਤਾ ਕਿ ਸੋਮਵਾਰ ਨੂੰ ਅਸੀਂ ਸਾਰਾ ਪਿੰਡ ਲੈ ਕੇ ਅਸੀਂ ਦਰਖਾਸਤ ਦੇਵਾਂਗੇ। ਪਰ ਜਿਹੜੀ ਵੀਡੀਓ ਵਾਇਰਲ ਹੋ ਗਈ ਆ ਉਹ ਫੌਰੀ ਤੌਰ ਤੇ, ਕਿਉਂਕਿ ਪਹਿਲਾਂ ਵੀ ਇੱਥੇ ਅਸ਼ੋਕ ਚੌਧਰੀ ਨੇ ਘਟਨਾ ਕੀਤੀ ਸੀ ਤੇ ਪੁਲਿਸ ਨੇ ਫੌਰੀ ਪਰਚਾ ਦਰਖਾਸਤ ਤੋਂ ਬਿਨਾਂ ਪਰਚਾ ਦਰਜ ਕਰਤਾ ਸੀ। ਇਸ ਕਰਕੇ ਬਿਨਾਂ ਦਰਖਾਸਤ ਤੋਂ ਪੁਲਿਸ ਦਰਜਾ ਕਰੇ, ਵੀਡੀਓ ਦੇ ਆਧਾਰ ਤੇ ਪਰਚਾ ਫੌਰੀ ਕਰੇ। ਉਹਨਾਂ ਜਿਹੜੇ ਕਥਿਤ ਦੋਸ਼ੀ ਉਹਨਾਂ ਤੇ ਮਾਮਲਾ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਬਰਾਵਾਲਾ ਪਿੰਡ ਦੇ ਵਿੱਚ ਕਮਲਪ੍ਰੀਤ ਕੌਰ ਦਾ ਅੱਜ ਫਾਈਨਲ ਦੇ ਨਾਲ ਮੁਕਾਬਲਾ ਹੋਣਾ ਹੈ, ਜਿਸ ਦੇ ਵਿੱਚ ਕਮਲਪ੍ਰੀਤ ਦੇ ਪਰਿਵਾਰ ਵਾਲਿਆਂ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਅਤੇ ਸਾਰਾ ਪਰਿਵਾਰ ਟੀਵੀ ਦੇ ਸਾਹਮਣੇ ਬੈਠ ਕੇ ਮੈਚ ਵੇਖਣ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਬੇਟੀ ਕਮਲਪ੍ਰੀਤ ਕੌਰ ਦੇ ਉੱਪਰ ਪੂਰਾ ਮਾਣ ਹੈ ਅਤੇ ਉਹਦੇ ਉੱਪਰ ਬਹੁਤ ਸਾਰੀਆਂ ਉਮੀਦਾਂ ਨੇ ਜੋ ਆਪਣੇ ਦੇਸ਼ ਦਾ ਅਤੇ ਪਰਿਵਾਰ ਦਾ ਨਾਮ ਰੌਸ਼ਨ ਕਰੇਗੀ। ਬਠਿੰਡਾ 'ਚ ਸਰਕਾਰੀ ਡਾਕਟਰਾਂ ਨੇ ਸਿਹਤ ਵਿਭਾਗ ਦੇ ਪ੍ਰਬੰਧਕੀ ਦਫ਼ਤਰਾਂ ਨੂੰ ਪੂਰਨ ਤੌਰ ਤੇ ਬੰਦ ਕਰਕੇ ਉਹਨਾਂ ਦਾ ਘਿਰਾਓ ਕੀਤਾ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅਗਲੇ 3 ਦਿਨ ਤੱਕ ਸਿਹਤ ਵਿਭਾਗ ਦੇ ਇਹਨਾਂ ਦਫ਼ਤਰਾਂ ਨੂੰ ਬੰਦ ਕਰਕੇ ਰੋਸ ਮੁਜ਼ਾਹਰੇ ਕੀਤੇ ਜਾਣਗੇ
ਅਤੇ ਨਾਲ ਹੀ ਉਹਨਾਂ ਕਿਹਾ ਕਿ ਡਾਕਟਰਾਂ ਦੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਕੋਈ ਇਸ ਦੀ ਤਕਲੀਫ ਨਾ ਲਾਵੇ, ਇਸ ਲਈ ਉਹਨਾਂ ਦੁਆਰਾ ਐਮਰਜੈਂਸੀ ਅਤੇ ਹੋਰ ਜ਼ਰੂਰੀ ਸੇਵਾਵਾਂ ਹਸਪਤਾਲਾਂ ਦੇ ਵਿੱਚ ਜਾਰੀ ਰੱਖੀਆਂ ਜਾਣਗੀਆਂ। ਅਸੀਂ ਜੀ ਪਿਛਲੇ 40 ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਹਾਂ। 6ਵੇਂ ਪੇ ਕਮਿਸ਼ਨ ਦੀਆਂ ਜੋ ਸਿਫਾਰਿਸ਼ਾਂ ਨੇ ਉਹ ਨਿੱਜੀਕਰਨ ਦੀ ਪਾਲਿਸੀ ਨੂੰ ਪ੍ਰਮੋਟ ਕਰਦੀਆਂ ਨੇ। ਅਸੀਂ ਇਹ ਸਕੀਮ ਨੂੰ ਸਮਝਦੇ ਹੋਏ ਸਰਕਾਰ ਦੀ ਨੂੰ ਅਸੀਂ ਧਰਨੇ ਪ੍ਰਦਰਸ਼ਨ ਕੀਤੇ ਆ, ਵੱਖ-ਵੱਖ ਰੂਪਾਂ 'ਚ ਕੀਤੇ ਆ। 40 ਦਿਨ ਹੋ ਗਏ ਸਾਨੂੰ ਇਹ ਪ੍ਰਦਰਸ਼ਨ ਕਰਦਿਆਂ ਨੂੰ। ਇਹਨਾਂ ਪ੍ਰਦਰਸ਼ਨਾਂ ਦੌਰਾਨ ਅਸੀਂ ਲੋਕ ਪੱਖੀ ਹੁੰਦੇ ਹੋਏ ਅਸੀਂ ਐਮਰਜੈਂਸੀ, ਪੋਸਟਮਾਰਟਮ, ਮੈਡੀਕੋ ਲੀਗਲ ਸੇਵਾਵਾਂ ਨੂੰ ਨਿਰਵਿਘਨ ਜਾਰੀ ਰੱਖਿਆ। ਕੋਵਿਡ ਦੇ ਰਿਲੇਟਡ ਸੇਵਾਵਾਂ ਨੂੰ ਨਿਰਵਿਘਨ ਜਾਰੀ ਰੱਖਿਆ। ਓਪੀਡੀ ਸੇਵਾਵਾਂ ਕੁਝ ਦਿਨਾਂ ਲਈ ਅਸੀਂ ਬੰਦ ਕੀਤੀਆਂ। ਬਾਅਦ 'ਚ ਲੋਕਾਂ ਦੇ ਪੱਖਾਂ ਨੂੰ ਵਿਚਾਰਦੇ ਹੋਏ ਅਸੀਂ ਓਪੀਡੀ ਪੈਰਲਲ ਵੀ ਸ਼ੁਰੂ ਕੀਤੀ। ਯੂਨੀਅਨ ਵੱਲੋਂ ਇੱਕ ਸਲਿੱਪ ਵੀ ਬਣਾਈ ਸੀ, ਅਸੀਂ ਉਹਦੇ ਤੇ ਆਪਣੇ ਮੰਗਾਂ ਲਿਖ ਕੇ ਉਹ ਪਲੱਸ ਮੈਡੀਸਨ ਵੀ ਅਸੀਂ ਹੁਣ ਸਾਰੇ ਪੰਜਾਬ ਦੇ ਵਿੱਚ ਹੁਣ ਤੱਕ ਲਗਭਗ 1 ਲੱਖ ਮਰੀਜ਼ ਨੂੰ ਵੇਖ ਚੁੱਕੇ ਹਾਂ। ਤੇ ਇਹ ਸਾਡਾ ਇਹ ਜਿਹੜਾ ਪੱਖ ਹੈ ਇਹ ਦਰਸਾਉਂਦਾ ਹੈ ਕਿ ਅਸੀਂ ਲੋਕਾਂ ਦੇ ਨਾਲ ਆ। ਪਰ ਸਰਕਾਰ ਕਿਤੇ ਨਾ ਕਿਤੇ ਸਾਨੂੰ ਲਾਰੇ ਲਾ ਕੇ ਸਾਡੀਆਂ ਮੰਗਾਂ ਨਾ ਮੰਨ ਕੇ ਸਾਨੂੰ ਦੇਰ ਕਰ ਰਹੀ ਹੈ, 40 ਦਿਨਾਂ ਤੱਕ ਲੈ ਕੇ ਆ ਰਹੀ ਹੈ। ਸਰਕਾਰ ਦੀ ਇਹ ਮਨਸ਼ਾ ਹੈ ਵੀ ਅਸੀਂ ਲੋਕਾਂ ਨਾਲ ਸਾਡਾ ਟਕਰਾਅ ਹੋ ਜਾਏ ਸਿੱਧਾ। ਅੱਜ ਇਹੀ ਹੈ ਵੀ ਜਿਹੜਾ ਸਾਡਾ ਐਨਪੀਏ ਨੂੰ ਲੈ ਕੇ ਸਟ੍ਰਾਈਕ ਚੱਲ ਰਹੀ ਹੈ, ਕਾਫੀ ਦਿਨਾਂ ਤੋਂ, ਆਲਮੋਸਟ ਮਹੀਨੇ ਤੋਂ ਉੱਪਰ ਹੋ ਗਿਆ ਹੈ, ਤੇ ਉਹਦੇ ਲਈ ਸਰਕਾਰ ਨੇ ਹਜੇ ਤੱਕ ਕੋਈ ਸਾਡੇ ਪੱਖ 'ਚ ਫੈਸਲਾ ਨਹੀਂ ਕੀਤਾ ਹੈ। ਤੇ ਉਹਦੇ ਅਕੋਰਡਿੰਗਲੀ ਅਸੀਂ ਫਿਰ ਅੱਜ ਸਿਵਲ ਸਰਜਨ ਆਫਿਸ ਬੰਦ ਕੀਤੇ ਹੈ ਤਾਂ ਕਿ ਕੋਈ ਵੀ ਐਡਮਿਨਿਸਟ੍ਰੇਟਿਵ ਵਰਕ ਹੈ ਜਿਹੜਾ ਉਹ ਨਾ ਹੋ ਸਕੇ, ਕਿਉਂਕਿ ਅਸੀਂ ਪਹਿਲਾਂ ਪਿੱਛੇ ਜੇ ਪੈਰਲਲ ਓਪੀਡੀ ਵੀ ਚਲਾਈਆਂ ਸੀ। ਲੋਕਾਂ ਨੂੰ ਮਤਲਬ ਸਹੂਲਤਾਂ ਅਸੀਂ ਦਿੰਦੇ ਜਾ ਰਹੇ ਹਾਂ, ਐਮਰਜੈਂਸੀ ਸੇਵਾਵਾਂ ਵੀ ਸਾਡੀਆਂ ਚੱਲਦੀਆਂ ਪਈਆਂ, ਬਟ ਸਰਕਾਰ ਵੱਲੋਂ ਸਾਡੇ ਪੱਖ 'ਚ ਕੋਈ ਫੈਸਲਾ ਨਾ ਹੋਣ ਕਰਕੇ ਅਸੀਂ ਅੱਜ ਐਡਮਿਨਿਸਟ੍ਰੇਟਿਵ ਜਿਹੜੇ ਬਲਾਕ ਉਹ ਬੰਦ ਕੀਤੇ। ਇਹ 3 ਦਿਨਾਂ ਦਾ ਹੈ, ਫਿਰ ਉਸ ਤੋਂ ਬਾਅਦ ਦੇਖਦੇ ਜਿੱਦਾਂ ਸਟੇਟ ਦੀ ਕਾਲ ਆਉਂਦੀ ਹੈ ਉੱਦਾਂ ਕੰਟੀਨਿਊ ਹੋਏਗਾ। ਜਿਹੜੇ ਮਰੀਜ਼ ਆ ਰਹੇ ਹਨ ਉਹਨਾਂ ਨੂੰ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ? ਮਰੀਜ਼ਾਂ ਨੂੰ ਜੀ ਦੇਖੋ ਐਮਰਜੈਂਸੀ ਜਿਹੜੀਆਂ ਸੇਵਾਵਾਂ ਉਹ ਤਾਂ ਮਿਲ ਹੀ ਰਹੀਆਂ, ਪੋਸਟਮਾਰਟਮ ਚੱਲ ਰਿਹਾ, ਐਮਐਲਸੀ ਕੱਟੇ ਜਾ ਰਹੇ ਹੈਗੇ, ਠੀਕ ਹੈ। ਕਰੋਨਾ ਦਾ ਵਰਕ ਜਿਹੜਾ ਸਾਰਾ ਉਹ ਹੋ ਰਿਹਾ ਹੈਗਾ, ਜੋ ਵੀ ਸੀਰੀਅਸ ਮਰੀਜ਼ ਆਉਂਦੇ ਸਭ ਹੈਂਡਲ ਹੋ ਰਿਹਾ। ਸਿਰਫ ਐਜੂਕੇਸ਼ਨ ਵਰਲਡ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਪੰਜਾਬ ਭਰ ਦੇ ਨੌਜਵਾਨਾਂ ਲਈ ਪੰਜਾਬ ਪੁਲਿਸ ਕਾਂਸਟੇਬਲ ਭਰਤੀ ਲਈ 2021 ਲਈ ਮੁਫਤ ਆਨਲਾਈਨ ਕੋਚਿੰਗ ਦੇਣ ਦਾ ਫੈਸਲਾ ਦਿੱਤਾ ਅਤੇ ਇਹ ਆਨਲਾਈਨ ਕੋਚਿੰਗ ਬਹੁਤ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ, ਜਿਸ ਦੇ ਵਿੱਚ ਨੌਜਵਾਨਾਂ ਨੂੰ ਪੰਜਾਬ ਪੁਲਿਸ ਦੇ ਪੇਪਰ ਦੀ ਤਿਆਰੀ ਕਰਵਾਈ ਜਾਵੇਗੀ। ਇਹ ਕੋਚਿੰਗ ਐਜੂਕੇਸ਼ਨ ਵਰਲਡ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਇੱਕ ਚੈਨਲ ਬਣਾ ਕੇ ਹੀ ਸ਼ੁਰੂ ਕੀਤੀ ਜਾਵੇਗੀ। ਪੰਜਾਬ ਦੇ ਸਾਰੇ ਵਿਦਿਆਰਥੀਆਂ ਨੂੰ ਇੱਕ ਖੁਸ਼ਖਬਰੀ ਦੇਣਾ ਚਾਹੁੰਦਾ ਹਾਂ। ਅਸੀਂ ਪੰਜਾਬ ਪੁਲਿਸ ਦੇ ਕਾਂਸਟੇਬਲ ਐਗਜ਼ਾਮ ਲਈ ਫ੍ਰੀ ਕੋਚਿੰਗ ਦੇਣਾ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਇਹ ਫ੍ਰੀ ਕੋਚਿੰਗ 2 ਅਗਸਤ ਨੂੰ 12 ਵਜੇ ਸ਼ੁਰੂ ਹੋਏਗੀ। ਇਹਦੇ 'ਚ ਸਬਜੈਕਟ ਐਕਸਪਰਟਸ ਦੁਆਰਾ ਤਿਆਰੀ ਕਰਵਾਈ ਜਾਏਗੀ ਤਾਂ ਕਿ ਜੋ ਗਰੀਬ ਬੱਚੇ ਨੇ, ਬੇਰੁਜ਼ਗਾਰ ਬੱਚੇ ਨੇ, ਉਹ ਬਿਨਾਂ ਕੋਈ ਪੈਸਾ ਖਰਚੇ ਸਿਲੈਕਟ ਹੋ ਸਕਣ। ਟਾਈਮਿੰਗ 12 ਵਜੇ ਤੋਂ ਸ਼ੁਰੂ ਹੋਏਗੀ। ਬਾਕੀ ਪੂਰੀ ਜਾਣਕਾਰੀ ਟਾਈਮਿੰਗ ਦੀ ਸਾਡੇ YouTube ਚੈਨਲ ਐਜੂਕੇਸ਼ਨ ਵਰਲਡ EW ਤੇ ਮਿਲਦੀ ਰਹੇਗੀ। ਇਹਦੇ ਲਈ ਕਿਉਂਕਿ ਅਸੀਂ ਇਹ ਕੋਚਿੰਗ ਫ੍ਰੀ ਕਰਨ ਜਾ ਰਹੇ ਹਾਂ, ਸਾਡਾ ਮਕਸਦ ਕੀ ਹੈ ਕਿ ਆਫਲਾਈਨ ਤੇ ਉਹੀ ਬੱਚੇ ਜਿਹੜੇ ਸਾਡੇ ਨੇੜੇ ਤੇੜੇ ਦੇ ਏਰੀਆ ਦੇ ਆ ਉਹੀ ਸਾਡੇ ਕੋਲ ਕੋਚਿੰਗ ਲੈ ਸਕਦੇ ਆ, ਬਟ ਅਸੀਂ ਚਾਹੁੰਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਜਿੰਨਾ ਵੀ ਇਹਦਾ ਐਸਪੀਰੈਂਟ ਹੈ, ਜਿਹੜੇ ਵੀ ਬੱਚੇ ਇਸ ਟੈਸਟ ਨੂੰ ਦੇਣਾ ਚਾਹੁੰਦੇ ਆ, ਉਹ ਸਾਰੇ ਸਾਡੇ ਨਾਲ ਜੁੜ ਸਕਣ। ਉਹਦੇ ਲਈ ਹੀ ਅਸੀਂ ਫ੍ਰੀ ਆਨਲਾਈਨ ਆਪਣਾ YouTube ਚੈਨਲ ਸਟਾਰਟ ਕੀਤਾ ਹੈ, ਐਜੂਕੇਸ਼ਨ ਵਰਲਡ EW। ਇਹਦੇ ਉੱਪਰ ਆ ਕੇ ਉਹ ਸਬਸਕ੍ਰਾਈਬ ਕਰਕੇ ਸਾਡੇ ਨਾਲ ਜੁੜ ਸਕਦੇ ਤੇ ਆਪਣਾ ਏਮ ਅਚੀਵ। ਬੀਤੇ ਦਿਨੀ ਹੋਈ ਬਾਰਿਸ਼ਾਂ ਕਾਰਨ ਅਤੇ ਹਰਿਆਣਾ ਦੇ ਵੱਲੋਂ ਆਏ ਬਰਸਾਤੀ ਪਾਣੀ ਦੇ ਕਾਰਨ ਮਾਨਸਾ ਜ਼ਿਲ੍ਹੇ ਦੀ ਸਬ ਡਿਵੀਜ਼ਨ ਸਰਦੂਲਗੜ੍ਹ ਦੇ ਖੇਤਾਂ ਅਤੇ ਪਿੰਡਾਂ ਦੇ ਵਿੱਚ ਪਾਣੀ ਭਰ ਗਿਆ, ਜਿਸ ਦੇ ਨਾਲ ਹਰਿਆਣਾ ਦੀ ਸੀਮਾ ਦੇ ਨਾਲ ਲੱਗਦੇ ਅਣਗਿਣਤ ਪਿੰਡਾਂ ਦੇ ਵਿੱਚ ਸੈਂਕੜੇ ਏਕੜ ਵਿੱਚ ਬੀਜੀ ਗਈ ਝੋਨੇ ਦੀ ਫਸਲ ਅਤੇ ਨਰਮੇ ਦੀ ਫਸਲ ਤਬਾਹ ਹੋ ਗਈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਕਿਹਾ ਕਿ ਇਹ ਪਾਣੀ ਭਰ ਜਾਣ ਕਾਰਨ ਉਹਨਾਂ ਨੂੰ ਆਪਣੀ ਫਸਲ ਗਲਣ ਦਾ ਵੀ ਡਰ ਹੈ ਅਤੇ ਇਸ ਦੇ ਨਾਲ ਹੀ ਘਰ ਖਰਾਬ ਹੋ ਕੇ ਡਿੱਗਣ ਦਾ ਵੀ ਡਰ ਬਣਿਆ ਹੋਇਆ ਹੈ। देखिए फसल का नुकसान तो आपको भी दिख रहा है, हुआ ही है। और उधर से 2-3 गांव का जो पानी है, थेड़ी का है, सोतर भट्टू का है, आज पानी इधर आ गया है सारा का सारा। और इसकी वजह से हमारा गांव है जो नीचा है सबसे, वो गांव ऊंचे हैं आगे वाले, तो इसलिए ये यहाँ नुकसान काफ़ी हुआ है। हज़ारों एकड़ का नुकसान हुआ है गाँव करंडी में। और आपको दिख रहा है 5-5 फुट पानी अभी भी खड़ा हुआ है नरमे में, और इसके बचने के आसार हमें दिख नहीं रहे हैं अभी फ़िलहाल, क्योंकि ऊपर से कड़कती धूप है और अभी ये नरमा देख लो आप ही जाने लग गया है। और ना ही अभी कोई फसल की बिजाई की टाइम रहा है अभी फ़िलहाल, तो इसलिए हमें यही मांग करते हैं सरकार से कि
कोई मदद की जाए किसानों की। ਇੱਥੇ ਤਕਰੀਬਨ ਸੰਘੇ ਦੇ ਨੇੜੇ ਆਸੇ-ਪਾਸੇ ਕਰੰਡੀ ਸੰਘਾ ਇਹ 4-5 ਪਿੰਡਾਂ ਦੇ ਵਿੱਚ ਨੁਕਸਾਨ ਹੈ, ਜਿਹਦੇ 'ਚ ਕੀ ਕਾਰਨ ਬਣਿਆ, ਇੱਕ ਤਾਂ ਉਧਰ ਰੰਗੋਈ ਟੁੱਟੀ ਹੈ, ਇੱਕ ਬਾਰਿਸ਼ ਦੇ ਪਾਣੀ ਨਾਲ। ਇੱਥੇ ਤਕਰੀਬਨ ਹਜ਼ਾਰਾਂ ਕਿੱਲਿਆਂ ਦੇ ਹਿਸਾਬ ਨਾਲ ਜ਼ਿਮੀਂਦਾਰ ਦਾ ਨੁਕਸਾਨ ਹੋਇਆ, ਬੀਜੀ ਹੋਈ ਫਸਲ। ਉਹਦੇ ਵਾਸਤੇ ਇਹ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਵੀ ਨਾ ਤਾਂ ਉਹ ਪਾਣੀ ਛੇਤੀ ਨਿਕਲੇ, ਦੂਜੀ ਫਸਲ ਬੀਜਣ ਜੋਗਾ। ਤੇ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਉਹਦਾ ਕਰਵਾ ਕੇ सारा चेक करवा के तो लोगों को मुआवजा दिता जाए। एक फसल मर गई, जमींदार पहले ही मरे पे। हरियाणा के जो पिंड साथ में लगते हैं वहाँ पे ज्यादा बारिश हो गई है, पानी इकट्ठा हो गया है, वहाँ पे उनको भी अपना ड्रेन आउट करना है, तो वो जो पानी है हमारे गांव में आ गया, हमारे पिंडों में आ गया है, तो काफी डैमेज दिख रहा है। अभी पटवारी को ड्यूटी पे लगा दिया, गिरदावरी भी चेक करेंगे, क्रॉप लॉस जितना हुआ है वो भी देखेंगे, किसी मकान में कोई प्रॉब्लम आई है तो वो भी पूरा अकाउंट में ले लेंगे, प्लस ड्रेनेज का कोई परमानेंट सोल्यूशन निकालना पड़ेगा, तो उसके लिए भी हम देख रहे हैं। तो अभी आज तो पूरा फील्ड विजिट था, इसका कोई ना कोई परमानेंट सोल्यूशन हम निकालेंगे, क्योंकि ये तो हर साल इस तरह। फिलहाल मेरे नाल बुलेटिन में इन्ना ही, तो तुसीं बने रहो ANB न्यूज़ के नाल। धन्यवाद।